ਆਉਣ ਵਾਲੇ ਜਿਹੜੇ ਹਾਲਾਤ ਆ ਉਹ ਇਦਾਂ ਦੇਖ ਰਹੇ ਆ ਵੀ ਸਾਨੂੰ ਖੱਚਰ ਆਪਣੇ ਆਪ ਲੱਭਣੇ ਪੈਣੇ ਆ, ਕਿਉਂਕਿ ਸਾਡੀ ਸਰਕਾਰਾਂ ਵੀ ਖੱਚਰ ਆ ਤੇ ਸਾਨੂੰ ਵੀ ਖੱਚਰ ਕਰ ਦੇਣੀ ਚਾਹੀਦੀ, ਉੱਤੇ ਸਾਨੂੰ ਚਲਾਣੇ ਵੀ ਖੱਚਰ ਪੈਣੇ ਆ। ਸਰਕਾਰਾਂ ਦੀ ਚਾਪਲੂਸੀ ਨਾ ਕਰੋ, ਇਹਨਾਂ ਨੂੰ ਕੰਪਨੀਆਂ ਦੀ ਤਰ੍ਹਾਂ ਲਾਓ, ਜਿਹੜੀ ਨਵੀਂ ਆਉਂਦੀ ਉਹਦਾ ਫਾਇਦਾ ਚੱਕੋ। नेता छोड़ो तुम पब्लिक के दिमाग च नहीं पै रही गल, बोले नहीं रहे, इस करके हम मंत्री का फायदा चक रही पर खच्चर सरकार बैठी है, कबाड़ सरकार है। मैं तानाशाह राज कहता बाकियां नूं तां बड़ी जल्दी मोदी ने कह दिता सी बकवास करके कि ये तो जी अंदोलन जीवी हैं। तुसी रथ यात्रा तो लैके 60 साल दी बीजेपी दी राजनीति केवल और केवल अंदोलनां ते केंद्रित रही है, दूजियां नूं तुसी अंदोलन जीवी कहता, आप ये सरकार पेट्रोल जीवी है। लगातार वध रही महंगाई की कीमतां ने आम लोगों दी चिक्कां कढ़ा छड्डियां ने। जेकर गल करिए इस समय असीं ज़िरकपुर दे विच मौजूद हैं, साफ तौर पर भी तस्वीरां देख सकते हो, वधदी हुई गैस दीयां कीमतां। सामने एक नौजवान ने किस तरह मोढियां ते जिहड़ा हैगा सिलेंडर चक्किया होया है ते इस दे नाल नाल बोर्ड ते तुसीं फ्लैक्स बोर्ड ते तस्वीरां देख सकते हो। पेट्रोल ते डीजल दी वधदियां कीमतां नूं लैके अज संयुक्त किसान मोर्चा की एक वड्डी कॉल सी कि पंजाब भर दे विच नहीं बल्कि पूरे देश भर विच अज किसान वधदी महंगाई नूं लैके अपना रोष प्रदर्शन जतान। जेकर गल करिए इस समय नौजवान यूथ ते कुछ किसान आगू साडे नाल मौजूद है, इन्हां नाल गलबात करांगे, इन्हां दीयां जिहड़ियां दुख तकलीफां है वो सुणांगे। गलबात करते हैं बाई जी, किस तरह वेखदे हो अज पूरा ताम झाम तुसीं अज एक लिआए हो खच्चर, क्योंकि अक्सर देखा जाता जी पुराने जमाने 'च हाथी घोड़िਆਂ ਨੂੰ जिन्हां दी वरतों कीती जांदी सी, फिर मोटर गड्डियां आ गईयां ते हुण तुसीं मुड़ के फिर रेड़े ते बैठे हो, मतलब कि प्रदर्शन दे विच की दसना की चाह रहे हो? ਭਾਜੀ देखो ਪੈਂਟ ਕਮੀਜ਼ ਪਾ ਕੇ ਬੈਠੇ ਆ, ਰੇੜੇ ਦੇ ਉੱਤੇ ਬੈਠੇ ਆ, ਪਰ ਸਾਨੂੰ ਆਉਣ ਵਾਲੇ ਜਿਹੜੇ ਹਾਲਾਤ ਆ ਉਹ ਇਦਾਂ ਦੇਖ ਰਹੇ ਆ ਵੀ ਸਾਨੂੰ ਖੱਚਰ ਆਪਣੇ ਆਪ ਲੱਭਣੇ ਪੈਣੇ ਆ। ਇਸ ਕਰਕੇ ਵੀਰਾਂ ਨੂੰ ਮੈਸੇਜ ਦਿੰਨੇ ਆ ਵੀ ਜਿੱਦਾਂ ਸਰਕਾਰ ਦੀ ਜਿਹੜੀ ਇਹ ਆਪਣਾ ਮਹਿੰਗਾਈ ਆ, डीजल गैस भी ये वध रही आ भी सानू ये खच्चरां दा सहारा ही लेना पैना है, क्योंकि साडी सरकारां भी खच्चर आ ते सानू भी खच्चर कर देनी चाहिए, उत्ते सानू चलाने भी खच्चर पैने आ। क्योंकि 2014 दे विच जदों सरकार आई थी ਉਹਦੇ ਇਹੀ ਵਾਅਦੇ ਸੀ ਵੀ ਪੈਟਰੋਲ ਤੇ ਡੀਜ਼ਲ ਨੂੰ ਮੈਂ ਘੱਟ ਕਰਾਂਗਾ, ਪਰ ਅੱਜ ਰੋਣਾ ਇਸ ਗੱਲ ਦਾ ਹੈ ਵੀ 2021 ਆ ਗਿਆ, ਜਿਹੜੀ ਪਿਛਲੇ 7 ਸਾਲ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧੀ ਆ ਸਿੱਧਾ 50 ਤੇ ਲੈ ਕੇ 100 ਰੁਪਏ ਹੋ ਗਿਆ, ਉਹ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਵਧੀ। ਇਹ ਬੜੀ ਅਫਸੋਸ ਦੀ ਗੱਲ ਆ, ਜਿਹੜੀ ਜਨਤਾ ਨੂੰ ਮੋਦੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਇਹ ਉਮੀਦਾਂ ਸੀ ਵੀ ਮੋਦੀ ਆਊਗਾ ਨੋਟਬੰਦੀ ਕਰੂਗਾ, ਬਹੁਤ ਕੁਝ ਵੱਡਾ ਹੋਣੇ ਵਾਲਾ ਹੈ। ਇੱਥੇ ਗੱਲ ਇੱਕ ਹੋਰ ਕਰਾਂਗੇ ਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਉਹ ओपोजिशन हमेशा महंगाई ਨੂੰ ਲੈ ਕੇ ਪ੍ਰਦਰਸ਼ਨ ਕਰਦੀ ਹੈ, ਚਾਹੇ ਉਹ ਕੋਈ ਵੀ ਸਰਕਾਰ ਹੋਵੇ ਉਹਦਾ ओपोजिशन ਹੁੰਦਾ, ਉਹ ਪ੍ਰਦਰਸ਼ਨ ਕਰਦਾ ਹੈ। ਫਿਰ ਉਮੀਦ ਕਿਹੜੀ ਸਰਕਾਰ ਤੋਂ ਰੱਖੀ ਜਾਵੇ, ਕਿਉਂਕਿ ਮਹਿੰਗਾਈ ਹੈ ਉਹ ਤਾਂ ਵੱਧਦੀ ਆ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਭਾਜੀ ਮੈਂ ਕਹਿਣਾ ਇਹ ਚਾਹੁੰਦਾ ਵੀ ਲੋਕਾਂ ਨੂੰ ਨਾ ਜਿੱਦਾਂ ਲੋਕਾਂ ਨੂੰ ਵੀ ਸੋਚਣਾ ਉਦਾਂ ਪੈਣਾ ਹੈ। ਹੁਣ ਮੰਨ ਲਓ ਕਾਂਗਰਸ ਸਰਕਾਰ ਕਹਿੰਦੀ ਆ ਵੀ ਮਹਿੰਗਾਈ ਬੀਜੇਪੀ ਵਾਲੇ ਲੈ ਕੇ ਆ ਰਹੇ ਆ, ਉਤੋਂ ਕਾਂਗਰਸ ਜਿੱਤ ਜਾਂਦੀ ਆ, ਫਿਰ ਬੀਜੇਪੀ ਵਾਲਿਆਂ ਦੇ ਵੀ ਆਹੀ ਮੁੱਦਾ ਰਹਿੰਦਾ ਹੈ। ਹੁਣ ਮੇਰਾ ਕਹਿਣ ਦਾ ਮਤਲਬ ਹੈ ਸਰਕਾਰ ਵਾਂਗ ਸੋਚਣ ਦਾ ਮਤਲਬ ਕਿਵੇਂ ਆ ਵੀ ਜਦੋਂ ਵੀ ਨਵੀਂ ਕੋਈ ਪਾਰਟੀ ਆਉਂਦੀ ਆ ਲੋਕਾਂ ਦੇ ਵਿੱਚ ਇੰਨੀ ਸਮਝ ਹੋਣੀ ਚਾਹੀਦੀ ਆ ਵੀ ਨਵੀਂ ਪਾਰਟੀ ਦਿਓ, ਜਦੋਂ ਪਾਰਟੀ ਦੇ ਵਿੱਚ ਕੰਪੀਟੀਸ਼ਨ ਹੋ ਜਾਊਗਾ ਨਾ, ਮੰਨ ਲਓ ਜਦੋਂ ਸਰਕਾਰਾਂ ਨੂੰ ਪਤਾ ਲੱਗੂਗਾ ਵੀ 20 ਸਾਲ ਬਾਅਦ ਵਾਰੀ ਆਣੀ ਆ ਤਾਂ ਸਰਕਾਰਾਂ ਇਹ ਪਹਿਲਾ ਕੰਮ ਕਰਕੇ ਦਿਆ ਕਰਨਗੀਆਂ। ਇਹ ਸੋਚਣ ਦੀ ਨਜ਼ਰੀਆ ਬਦਲਣਾ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੰਪੀਟੀਸ਼ਨ ਜਦੋਂ ਨਵਾਂ ਕੋਈ ਕੰਪੀਟੀਟਰ ਆਉਂਦਾ ਹੈ ਤਾਂ ਕੰਪੀਟੀਸ਼ਨ ਦੀ ਐਗਜ਼ਾਮਪਲ ਮੈਂ ਇਹ ਦੇਣਾ ਚਾਹੁੰਦਾ। ਦੇਖੋ ਅੱਜ ਸਾਰੇ ਮੋਬਾਈਲ ਵਰਤਦੇ ਆ, ਜਦੋਂ ਇਹ ਮੋਬਾਈਲ ਆਇਆ ਸੀ ਸਪਾਈਸ ਕੰਪਨੀ ਹੋਈ ਸੀ ਵੀਰੇ, ਸੁਣਨ ਦੇ ਆਪਣਾ 7 ਰੁਪਏ ਲੱਗਦੇ ਸੀ, ਕਿਸੇ ਵੀ ਵੀਰ ਨੇ ਇਹ ਨਹੀਂ ਸੋਚਿਆ ਸੀ ਸਾਡੇ ਵਰਗੇ ਨੇ ਅਸੀਂ ਮੋਬਾਈਲ ਰੱਖਾਂਗੇ। ਇਹ ਸਰਸੀਆਂ ਕਾਹਤੇ ਹੋਈਆਂ ਕੱਲਾਂ ਜਦੋਂ ਅੱਜ 9-10 ਕੰਪਨੀਆਂ ਹੋ ਗਈਆਂ। ਮੇਰਾ ਕਹਿਣ ਦਾ ਮਤਲਬ ਹੈ ਸਰਕਾਰਾਂ ਦੀ ਚਾਪਲੂਸੀ ਨਾ ਕਰੋ, ਇਹਨਾਂ ਨੂੰ ਕੰਪਨੀਆਂ ਦੀ ਤਰ੍ਹਾਂ ਲਾਓ, ਜਿਹੜੀ ਨਵੀਂ ਆਉਂਦੀ ਉਹਦਾ ਫਾਇਦਾ ਚੱਕੋ। ਜੇ ਸਰਕਾਰ ਦੇ ਦਿੱਤੇ ਹੋਏ ਪੈਸੇ ਖਾ ਵੀ ਲਓ, ਕੋਈ ਗੱਲ ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਵੋਟਾਂ ਤੁਸੀਂ ਖਾਂਦੇ ਆ ਨਾ, ਪੈਸੇ ਲੈਂਦੇ ਆ, ਕੋਈ ਮੋਟਰਸਾਈਕਲ ਲੈਂਦਾ ਹੈ ਵੋਟਾਂ ਦੇ ਨਾਮ ਤੇ, ਕੋਈ ਠੰਡੇ ਦੀ ਬੋਤਲ ਲੈਂਦਾ, ਕੋਈ ਦਾਰੂ ਦੀ ਬੋਤਲ ਲੈਂਦਾ ਹੈ, ਕਿਉਂਕਿ ਅਸੀਂ ਲੋਕਾਂ ਨੂੰ ਸਮਝਾ ਕੇ ਥੱਕ ਗਏ ਹਾਂ। ਲੋਕ ਵੀ ਨਹੀਂ ਹਟਦੇ ਵੀਰੇ, ਬੋਤਲਾਂ ਲੈਂਦੇ ਆ, ਦਾਰੂ ਦੀਆਂ ਮਿਠਾਈ ਦੇ ਡੱਬੇ ਲੈਂਦੇ ਆ, ਹਟਦੇ ਨਹੀਂ ਲੋਕ। ਮੈਂ ਕਹਿਣਾ ਚਾਹੁੰਦਾ ਵੀਰੇ ਜਿੰਨਾ ਸਰਕਾਰ ਤੁਸੀਂ ਵੀ ਖਾਓ ਇਹਨਾਂ ਦੀ ਦਿੱਤੀ ਹੋਈ ਚੀਜ਼ਾਂ, ਪੈਸੇ ਖਾਓ, ਪਰ ਵੱਧਦੀ ਹੋਈ ਮਹਿੰਗਾਈ ਦਿਨ ਪ੍ਰਤੀ ਦਿਨ ਆਮ ਲੋਕਾਂ ਦਾ ਲੱਕ ਤੋੜਦੀ ਜਾ ਰਹੀ ਹੈ ਨਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਗੈਸ ਦੀਆਂ ਕੀਮਤਾਂ ਵਧ ਗਈਆਂ, ਦਫ਼ਤਰ ਕਿਤੇ ਬਾਹਰ ਜਾਣਾ, ਰਿਸ਼ਤੇਦਾਰੀ ਜਾਣਾ, ਵਹੀਕਲ ਦਾ ਯੂਜ਼ ਜ਼ਰੂਰ ਹੁੰਦਾ, ਪੈਟਰੋਲ ਦੀਆਂ ਕੀਮਤਾਂ ਵਧ ਗਈਆਂ। ਕੀ ਲੱਗਦਾ ਕਿ ਕੀ ਕੁਝ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦਾ ਹੋਊਗਾ ਜੇ ਆਪਾਂ ਨਾ ਆਵਾਜ਼ ਚੱਕੀ ਆਮ ਲੋਕਾਂ ਨੇ?
ਬਾਈ ਜੀ ਗੱਲ ਪਤਾ ਕੀ ਹੈ, ਜੇ ਆਪਾਂ ਜਿੱਦਾਂ ਹੁਣ ਆਪਣੇ ਪਬਲਿਕ ਹੈ ਨਾ, ਜੇ ਇਹ ਜਾਗ ਜੇ ਤਾਂ ਇਹ ਬੈਠੀ ਆਰਾਮ ਨਾਲ, ਇਹਨੂੰ ਫਰਕ ਹੀ ਨਹੀਂ ਪੈ ਰਿਹਾ ਕੋਈ। ਤੇ ਜਿਹੜੀ ਦੂਸਰੀ ਵਿਰੋਧੀ ਪਾਰਟੀਆਂ ਇਹਨਾਂ ਦੀਆਂ, ਉਹ ਵਿਰੋਧੀ ਪਾਰਟੀਆਂ ਵੀ ਕੁਝ ਨਹੀਂ ਕਹਿ ਰਹੀਆਂ। ਜਦੋਂ 2014 ਜਿਹਨੀ ਸਰਕਾਰ ਬਣਨੀ ਸੀ ਨਾ, ਉਸ ਤੋਂ ਪਹਿਲਾਂ ਦੀ ਸਰਕਾਰ ਸੀਗੀ ਕਾਂਗਰਸ ਦੀ, ਉਹਦੇ ਵਿੱਚ ਕੀ ਕਰਦੇ ਸੀ ਨਾ, ਜਿੱਦਾਂ ਮੰਨ ਲਓ ਲੱਗਦਾ ਸੀ ਇਹਨਾਂ ਨੂੰ ਵੀ ਮਹਿੰਗਾਈ ਅੱਜ ਪੈਟਰੋਲ 65 ਰੁਪਏ ਹੋ ਗਿਆ, 62 ਰੁਪਏ ਹੋ ਗਿਆ, ਤਾਂ ਜਿੰਨੇ ਬੀਜੇਪੀ ਦੇ ਖੱਚਰ ਹੈ ਸਾਰੀ ਟੋਟਲੀ ਰੋਡਾਂ ਤੇ ਨੰਗੇ ਹੋ ਕੇ ਆਉਂਦੇ ਸੀ, ਟੋਟਲੀ ਰੋਡਾਂ ਤੇ ਬੈਠਦੇ ਨੇ ਸਿਲੰਡਰ ਲੈ ਕੇ। ਹੁਣ ਤੁਸੀਂ 100 ਰੁਪਏ ਤੋਂ ਉੱਪਰ ਚਲੇ 101 ਰੁਪਏ ਪੈਟਰੋਲ ਹੋ ਗਿਆ ਜੀ। ਇਹਨਾਂ ਨੂੰ ਦਿਮਾਗ 'ਚ ਹੈ ਹੀ ਨਹੀਂ, ਪਬਲਿਕ ਮੈਂ ਕਹਿ ਰਿਹਾ ਪਬਲਿਕ ਦਾ ਆਪਣਾ ਜਿਹੜਾ ਨੇਤਾ ਇਹਨੂੰ ਛੱਡੋ, ਤੁਸੀਂ ਪਬਲਿਕ ਦੇ ਦਿਮਾਗ 'ਚ ਨਹੀਂ ਪੈ ਰਹੀ ਗੱਲ, ਬੋਲੇ ਨਹੀਂ ਰਹੇ। ਇਸ ਕਰਕੇ ਹੁਣ ਮੰਤਰੀ ਇਹਦਾ ਫਾਇਦਾ ਚੱਕ ਰਹੀ, ਪਰ ਖੱਚਰ ਸਰਕਾਰ ਬੈਠੀ ਹੈ, ਕਵਾੜ ਸਰਕਾਰ ਹੈ। ਮੈਂ ਇਹਨੂੰ ਤਾਨਾਸ਼ਾਹ ਰਾਜ ਕਹਿੰਦਾ, ਇਹ ਸਰਕਾਰ ਹੀ ਨਹੀਂ ਹੈ, ਇਹ ਤਾਨਾਸ਼ਾਹ ਰਾਜ ਹੈ। ਬਿਲਕੁਲ ਜੀ, ਹੋਰ ਨੌਜਵਾਨ ਗੱਲਬਾਤ ਕਰ ਲੈਣ। ਕੀ ਲੱਗਦਾ ਹੈ ਇਹ ਮਹਿੰਗਾਈ ਵਧਣ ਦਾ ਅਸਲ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਸਿਰਫ ਔਰ ਸਿਰਫ ਸਰਕਾਰ ਹੈ, ਕਿਉਂਕਿ ਜਿਵੇਂ ਬਾਕੀਆਂ ਨੂੰ ਤਾਂ ਬੜੀ ਜਲਦੀ ਮੋਦੀ ਨੇ ਕਹਿ ਦਿੱਤਾ ਸੀ ਬਕਵਾਸ ਕਰਕੇ ਕਿ ਇਹ ਤਾਂ ਜੀ ਅੰਦੋਲਨ ਜੀਵੀ ਹੈ। ਤੁਸੀਂ ਰੱਥ ਯਾਤਰਾ ਤੋਂ ਲੈ ਕੇ 60 ਸਾਲ ਦੀ ਬੀਜੇਪੀ ਦੀ ਰਾਜਨੀਤੀ ਕੇਵਲ ਔਰ ਕੇਵਲ ਅੰਦੋਲਨਾਂ ਤੇ ਕੇਂਦਰਿਤ ਰਹੀ ਹੈ। ਦੂਜਿਆਂ ਨੂੰ ਤੁਸੀਂ ਅੰਦੋਲਨ ਜੀਵੀ ਕਹਿਤਾ, ਆਪ ਇਹ ਸਰਕਾਰ ਪੈਟਰੋਲ ਜੀਵੀ ਹੈ। ਕਿਉਂਕਿ ਜਿੰਨਾ ਟੈਕਸ ਪੈਟਰੋਲ ਤੋਂ ਇਹ ਲੈ ਰਹੇ ਨੇ, ਉਹਨਾਂ ਟੈਕਸ ਹੋਰ ਕਿਸੇ ਚੀਜ਼ ਤੋਂ ਨਹੀਂ ਜਾ ਰਿਹਾ ਇਹਨਾਂ ਨੂੰ। ਇਹ ਸਰਕਾਰ ਚਾਹੁੰਦੀ ਤਾਂ ਪੈਟਰੋਲ ਨੂੰ ਵੀ GST ਦੇ ਦਾਇਰੇ 'ਚ ਲਿਆ ਕੇ ਸਾਰੇ ਸਟੇਟਸ ਨੂੰ ਇਕੁਅਲ ਕਰ ਸਕਦੀ ਸੀ, ਪਰ ਜਾਣ ਬੁੱਝ ਕੇ ਹਰਿਆਣਾ ਦਾ ਰੇਟ ਹੋਰ, ਪੰਜਾਬ ਦਾ ਹੋਰ ਹੈ ਜੀ, ਯੂਪੀ 'ਚ ਹੋਰ ਹੈ, ਯੂਪੀ 'ਚ ਪੰਜਾਬ ਨਾਲੋਂ ਵੀ ਜ਼ਿਆਦਾ ਹੈ। ਹੁਣ ਇਹ ਕੇਂਦਰ ਸਰਕਾਰ ਜਿਹੜੀ ਹੈ, ਕਿਉਂਕਿ पूरी तरीके ਨਾਲ टैक्स जीवी सरकार है, ये पूर्ण रूप से पेट्रोल जीवी सरकार है, और इस पेट्रोल जीवी सरकार ने जानबूझ के जनता के गले में पेट्रोल के टैक्स का जो एक घंटा है वो टांग दिया है, और हम वो बिल्ली के गले में बंधे हुए घंटे की तरह जो है हो चुके हैं, जिसको ना तो उतारे जा रहा है ना ही उसको रखे जा रहा है गले में। तो वो मुसीबत जो है ये तब तक नहीं छूटने वाली जब तक नरेंद्र मोदी सत्ता से दूर नहीं जाता, क्योंकि ये वो तानाशाह आदमी है जो कि खुद तो स्वयं तो ये चाय बेचने वाले हैं, खुद अपने मुंह से कहते हैं। तो अगर 4 किताब पढ़े होते तो इनको पता होता कि घर गृहस्थी और खुद की घर गृहस्थी भी छोड़ छाड़ के भागे हुए हैं। तो जो आदमी खुद की जिम्मेदारियों से भागा हुआ है, वो देश किस बात से कैसे संभाल पाएगा, उसके बस की है नहीं। इसीलिए ये खच्चर यहाँ पर मौजूद है। तो ये आप ये मान लीजिए कि आज के बाद जो मनोहर लाल खट्टर जी जैसे लोग हैं, तो आप उनसे या तो खच्चर मांग लीजिएगा ऐसे, क्योंकि पेट्रोल तो ये जिस हिसाब से महंगा कर रहे हैं, आपको अपने स्कूल बच्चे जो है स्कूल छोड़ने के लिए भी इसी तरह के खच्चरों पे जाने पड़ेंगे। तो किसान को तो ये चलाना आता है। बीजेपी वाले अक्सर यही कहते हैं कि साडी कोशिश जारी है, ਅਸੀਂ ਲੋਕਾਂ ਲਈ ਕੰਮਕਾਰ ਕਰ ਰਹੇ ਹਾਂ ਤੇ ਮਹਿੰਗਾਈ ਤੇ ਵੀ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। बिल्कुल कोशिशें जारी हैं उनकी, लेकिन जनता सुखाड़ी करने की तरफ उनका कोई योगदान नहीं है। उनका केवल और केवल एक सूत्री कार्यक्रम है, वन सूत्री उनका एजेंडा है, और वो है कि कैसे इसको नियो लिबरलाइजेशन की तरफ लिया जा सके। नियो लिबरलाइजेशन का मतलब ये है कि लिबरलाइजेशन तो होता है कि मार्केट ओपन कर दो, सबको बराबर मौका दो, सब अपना अपना व्यवसाय चलाएं, सब अपना अपना जो है और कंपटीशन बढ़े, जिससे जनता को भी सस्ती चीजें मिलती हैं और नई नौकरियां बनती हैं, खुला जो है इकोनॉमी ग्रो करती है। लेकिन नियो लिबरलाइजेशन का मतलब ये है कि दो पकड़ लो, उनसे इलेक्शन के लिए चंदा, तुम्हारे लिए चंदा इकट्ठा करना आसान, और हाथ में पूरे का पूरा देश दे दो कि ये लो। पिछले दिनों ही अपना क्विंट ब्लूमबर्ग की एक रिपोर्ट थी, उस रिपोर्ट में इस बात का जिक्र किया गया था कि इस देश के मैक्सिमम एयरपोर्ट बढ़ चुके हैं, और वो मोनोपोली किसके कंट्रोल में है? तो अगर आप इस तरह से मोनोपोली कर करके देते रहेंगे थाली में सजा के, हुई सड़कों को निर्मला बजट में बोलती है कि इनका मुद्रीकरण किया जाएगा जी। ये नए नए वर्ड बड़े अच्छे अच्छे खोज के लेके आते हैं, क्योंकि पार्टी जुमलेबाज है। तो मुद्रीकरण का मतलब ये कि ये जो सड़क शिमला हाईवे है, ये बना तो मेरे और आपके टैक्स है, लेकिन इसको अडानी ग्रुप को दे दिया जाए और टोल लगा दिया जाएगा अडानी ग्रुप का जी। ये इसकी अडानी ग्रुप मेंटेनेंस कर रहा है, कहाँ की मेंटेनेंस कर रहा है? जब एक्वायर करनी थी तब टैक्स के पैसे से एक्वायर हुई जमीन, ठीक है। जमीन के ऊपर जब रोड रोलर चला, सड़क बनी, तब जनता के पैसे से बनी। जब बन के तैयार, स्ट्रीट लाइट लग गई, साइन बोर्ड हो गया, यहां तक कि डिवाइडर, फूल पत्ते, पौधे टैक्स के पैसे से लग गए, तब आप बोलते हो जी इसका रख रखाव जो है वो अडानी ग्रुप करेगा और टोल प्लाजा जो है वो अडानी करेगा। तो ये क्या नौटंकी है भाई तुम लोगों की? ये कौन सी? तो इसी को नियो लिबरलाइजेशन बोलते हैं कि 2-4 लोगों के हाथ में पूरा का पूरा सब कुछ दे दो, और वो लोग जो है पूर्ण रूप से पूरे की पूरी चीज को कंट्रोल करेंगे। तो किसानों का यही विरोध है कि पहले तो ये हमें फिर तुमको मारेंगे। 2006 में बिहार को मारा इन्होंने मंडियां बंद करके, 2011 में इन्होंने यूपी को मारा मंडियां बंद करके, अब ये हरियाणा और पंजाब
देंगे। और जिस हरित क्रांति का झंडा बुलंद करके आप नौटंकियां करते फिरते थे ना सारे देश में, वो भूरे सूखे और पतझड़ में बदल जाएंगी। और जो अनाज आप लोगों को किसान जो कह रहा है कि मैं 25 रुपए किलो में दिलवा सकता हूं, अगर आप मंडियां जारी रखेंगे तो वही अनाज ये केंद्र सरकार, ये मोदी सरकार आप लोगों को 250 रुपए प्रति क्विंटल के हिसाब से, प्रति किलो के हिसाब से दिलवाएगी।